ਸੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਕਿ ਜਦੋਂ ਮਨੁੱਖ ਹੈ ਜਿਹੜਾ ਜਗਿਆਸੂ ਹੈ ਨਾ, ਜਿਹੜਾ ਉਹ ਗਿਆਨ ਖੰਡ ਦੇ ਵਿੱਚ ਪਹੁੰਚਦਾ ਹੈ ਨਾ, ਤਾਂ ਉਹਨੂੰ ਸ਼ਰਵਣਾਨੰਦ ਦੇ ਵਿੱਚ ਆਨੰਦ ਆਉਂਦਾ, ਉਹਨੂੰ ਸੁਣਨ ਦੇ ਵਿੱਚ ਆਨੰਦ ਆਉਂਦਾ। ਫਿਰ ਵਿਨੋਦ, ਉਹਨੂੰ ਦਰਸ਼ਨ ਕਰਨ ਦੇ ਵਿੱਚ ਵੀ ਆਨੰਦ ਆਉਂਦਾ। ਅਤੇ ਕੋਡ ਆਨੰਦ, ਤੇ ਉਹਨੂੰ ਦਰਸ਼ਨ ਕਰਨ ਤੋਂ ਬਾਅਦ ਕਰੋੜਾਂ ਜਿੰਨਾ ਆਨੰਦ ਪ੍ਰਾਪਤ ਹੋ ਜਾਂਦਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਆਪਣਾ ਕੋਈ ਮਿੱਤਰ ਪਿਆਰਾ, ਜਿਹੜਾ ਕੋਈ ਬਹੁਤ ਜ਼ਿਆਦਾ ਜਾਨ ਤੋਂ ਪਿਆਰਾ ਵਿਅਕਤੀ ਹੋਵੇ, ਜਦੋਂ ਕਿਤੇ ਗੁੰਮ ਹੋ ਗਿਆ ਤਾਂ ਸਾਨੂੰ ਕਿਸੇ ਨੇ ਆ ਕਰਕੇ ਖਬਰ ਦਿੱਤੀ ਕਿ ਭਾਈ ਤੁਹਾਡਾ ਫਲਾਣਾ ਜਿਹੜਾ, ਤੁਸੀਂ ਉਹਦੀ ਚਿੰਤਾ ਨਾ ਕਰੋ, ਉਹ ਕਿਸੇ ਦੇ ਘਰ ਦੇ ਵਿੱਚ ਬੈਠਾ। ਤਾਂ ਆਪਾਂ ਨੂੰ ਸੁਣਦਿਆਂ ਸਾਰੀ ਕੰਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ, ਅਤੇ ਜਦੋਂ ਉਹਨੂੰ ਉੱਥੇ ਜਾ ਕਰਕੇ ਦੇਖਿਆ, ਫਿਰ ਹੋਰ ਜ਼ਿਆਦਾ ਉਹਦੇ ਦਰਸ਼ਨ ਕਰਕੇ, ਉਹਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਸੰਨਤਾ ਮਨ ਨੂੰ ਹਾਸਲ ਹੁੰਦੀ ਹੈ। ਅਤੇ ਜਿਹੜਾ ਕੋਡ ਆਨੰਦ, ਜਦੋਂ ਉਹਨੂੰ ਅਸੀਂ ਆਪਣੇ ਘਰ ਦੇ ਵਿੱਚ ਲੈ ਆਉਂਦੇ ਹਾਂ ਸਹੀ ਸਲਾਮਤ, ਉਹ ਸਾਡੇ ਘਰ ਦੇ ਵਿੱਚ ਆ ਜਾਂਦਾ, ਵਾਪਸ ਆ ਜਾਂਦਾ, ਅਤੇ ਫਿਰ ਸਾਨੂੰ ਹੋਰ ਹੀ ਜਿਹੜਾ ਕਰੋੜਾਂ ਗੁਣਾ ਜ਼ਿਆਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੋ ਕਹਿਣ ਦਾ ਭਾਵ, ਤਿੱਥਾ ਨਾਦ ਵਿਨੋਦ ਕੋਡ ਆਨੰਦ, ਜਦੋਂ ਵਿਅਕਤੀ ਗਿਆਨ ਖੰਡ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਨਾ, ਤੇ ਉਹਨੂੰ ਫਿਰ ਨਾਦ ਕੇ ਸ਼ਰਵਣਾਨੰਦ ਪ੍ਰਾਪਤ ਹੋ ਜਾਂਦਾ। ਜਿਵੇਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਦੋਂ ਆਪਾਂ ਸਵਈਏ ਪੜ੍ਹਦੇ ਹਾਂ, 1308 ਅੰਗ ਦੇ ਉੱਪਰ ਇੱਕ ਸ਼ਬਦ ਆਉਂਦਾ, ਗੁਰਬਾਣੀ ਸੁਨਤ ਮੇਰਾ ਮਨ ਦਬਿਆ, ਮਨ ਭੀਨਾ ਨਿਜ ਘਰ ਆਵੈ। ਕਿਉਂਕਿ ਗੁਰਬਾਣੀ ਸੁਣ ਕਰਕੇ ਹੈ ਜਿਹੜਾ ਮਨ ਉਹ ਪਤੀਜ ਜਾਂਦਾ ਹੈ। ਇਹ ਹੁਣ ਸਾਰੀ ਕਿਰਪਾ ਕਾਹਦੀ ਹੈ? ਇਹ ਨਾਦ ਦੀ ਕਿਰਪਾ ਹੈ, ਇਹ ਸ਼ਰਵਣ ਕਰਨ ਦੀ ਕਿਰਪਾ। ਸ਼ਰਵਣ ਕਰਨ ਦੇ ਨਾਲ ਹੀ ਨਾ ਕੋਈ ਵੀ ਵਸਤੂ ਹੈ, ਜਿਹੜਾ ਕੋਈ ਵੀ ਗਿਆਨ ਆ, ਉਹ ਸੁਣਨ ਦੇ ਨਾਲ ਹੀ ਅੰਦਰ ਪ੍ਰਵੇਸ਼ ਕਰਦਾ ਹੈ। ਅਤੇ ਜਦੋਂ ਅਸੀਂ ਕਿਸੇ ਵੀ ਵਿਅਕਤੀ ਦੇ ਵਿਚਾਰਾਂ ਨੂੰ ਸੁਣਦੇ ਹਾਂ ਨਾ, ਤਾਂ ਸਾਨੂੰ ਉਹਦੀ ਮਨਸ਼ਾ ਦਾ ਪਤਾ ਲੱਗ ਜਾਂਦਾ ਕਿ ਇਸ ਵਿਅਕਤੀ ਦੀ ਕੀ ਮਨਸ਼ਾ ਹੈ। ਕਈਆਂ ਦੇ ਵਿਚਾਰਾਂ ਤੋਂ ਹੀ ਉਹਨਾਂ ਦੀ ਕਪਟ ਦਾ ਜਿਹੜਾ ਉਹ ਪਤਾ ਲੱਗ ਜਾਂਦਾ ਕਿ ਇਹ ਵਿਅਕਤੀ ਕਪਟ ਦਾ ਭਰਿਆ ਹੋਇਆ, ਈਰਖਾ ਦਾ, ਵੈਰ ਵਿਰੋਧ ਦਾ ਭਰਿਆ ਹੋਇਆ ਇਹ ਮਨੁੱਖ। ਸੋ ਸਤਿਗੁਰੂ ਮਹਾਰਾਜ ਇੱਥੇ ਕਹਿੰਦੇ ਨੇ ਭਾਈ, ਕਿ ਜਿਹੜੇ ਮਨੁੱਖ ਗਿਆਨ ਖੰਡ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਨਾ, ਉਹਨਾਂ ਨੂੰ ਸੁਣਨ ਦੇ ਵਿੱਚ ਵੀ ਆਨੰਦ ਆਉਂਦਾ ਹੈ, ਦਰਸ਼ਨ ਕਰਨ ਦੇ ਵਿੱਚ ਵੀ ਆਨੰਦ ਆਉਂਦਾ ਹੈ, ਅਤੇ ਕਰੋੜਾਂ ਗੁਣਾ ਜਿਹੜਾ ਆਨੰਦ ਹੈ ਉਹ ਪਰਮੇਸ਼ਰ ਵਾਹਿਗੁਰੂ ਨੂੰ ਪਾ ਕਰਕੇ ਉਹਨਾਂ ਦੇ ਹਿਰਦੇ ਵਿੱਚ ਕਰੋੜਾਂ ਗੁਣਾ ਆਨੰਦ ਪੈਦਾ ਹੋ ਜਾਂਦਾ ਹੈ। ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਸੁਣਦੇ ਹਾਂ, ਜਾਂ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜੇ ਹੋਏ ਜਗਿਆਸੂਆਂ ਦੇ ਦਰਸ਼ਨ ਕਰਨ ਦੇ ਨਾਲ, ਤੇ ਕਰੋੜਾਂ ਗੁਣਾ ਜਿਹੜਾ ਆਨੰਦ ਆ ਉਹ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਅਭੇਦ ਹੋ ਕਰਕੇ ਜਗਿਆਸੂ ਜਨ ਨੇ ਉਹ ਆਨੰਦ ਪਾ ਲੈਂਦੇ ਨੇ। ਸਰਮ ਖੰਡ ਕੀ ਬਾਣੀ ਰੂਪ। ਹੁਣ ਇੱਕ ਸਿੱਧ ਨੇ ਮਹਾਰਾਜ ਜੀ ਨੂੰ ਸਵਾਲ ਕੀਤਾ ਹੈ ਕਿ ਮਹਾਰਾਜ ਤੁਸੀਂ ਨਾ ਸਾਨੂੰ ਹੁਣ ਸਰਮ ਖੰਡ ਦੇ ਬਾਰੇ ਦੱਸੋ, ਕਿ ਮਹਾਰਾਜ ਸਰਮ ਖੰਡ ਕੀ ਹੈ? ਸਰਮ ਕਾਂਡ, ਜਾਂ ਜਿਹਨੂੰ ਆਪਾਂ ਉਪਾਸ਼ਨਾ ਕਹਿੰਦੇ ਆ ਨਾ, ਉਪਾਸ਼ਨਾ ਕਾਂਡ ਬਾਰੇ ਮਹਾਰਾਜ ਸਾਨੂੰ ਦੱਸੋ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਪਾਸ਼ਨਾ ਕਾਂਡ ਦਾ ਫਿਰ ਜ਼ਿਕਰ ਕੀਤਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ, ਸਰਮ ਖੰਡ ਕੀ ਬਾਣੀ ਰੂਪ। ਹੁਣ ਜਿਹੜਾ ਸਰਮ ਪਦ ਆ ਨਾ, ਸਰਮ ਨਾਮ ਹੈ ਜਿਹੜਾ ਉਹ ਲੱਜਾ ਦਾ ਵੀ ਹੈ। ਸਰਮ ਨਾਮ ਹੈ ਨਾ ਜਿਹੜਾ, ਸਰਮ ਨਾਮ ਹੈ ਜਿਹੜਾ ਉਹ ਵਿਸ਼ੇਸ਼ ਕਰਮਾਂ ਦਾ ਵੀ ਹੈ। ਸੋ ਕਹਿਣ ਦਾ ਭਾਵ ਸਰਮ ਨਾਮ ਹੈ ਜਿਹੜਾ ਉਹ ਮਿਹਨਤ ਦਾ ਵੀ ਹੈ, ਕਿਉਂਕਿ ਸਰਮ ਦੇ ਅਨੇਕਾਂ ਅਰਥ ਨੇ, ਕੋਈ ਇੱਕ ਅਰਥ ਨਹੀਂ ਹੈ। ਸੋ ਕਹਿਣ ਦਾ ਭਾਵ ਸਤਿਗੁਰੂ ਮਹਾਰਾਜ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਸਰਮ ਖੰਡ ਕੀ ਬਾਣੀ ਰੂਪ। ਸਤਿਗੁਰੂ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਕਿ ਜਿਹੜਾ ਸਰਮ ਨਾਮ ਹੈ ਨਾ, ਇਹ ਸਰਮ ਦਾ ਹੈ, ਭਾਵ ਕਿ ਜਿਹਦੇ ਮਨ ਦੇ ਵਿੱਚ ਸਰਮ ਹੈ ਨਾ, ਲੱਜਾ ਹੈ ਨਾ, ਉਹ ਫਿਰ ਕਿਸੇ ਵੀ ਪ੍ਰਕਾਰ ਦੇ ਜਿਹੜੇ ਬੁਰੇ ਕਰਮ ਨੇ ਨਾ, ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਧਾਰਦਾ, ਬੁਰੇ ਕਰਮਾਂ ਦਾ ਤਿਆਗ ਕਰ ਦਿੰਦਾ ਹੈ ਤੇ ਸ੍ਰੇਸ਼ਟ ਕਰਮ ਅਪਣਾ ਲੈਂਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਜਿਵੇਂ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਵੀ ਜ਼ਿਕਰ ਆਉਂਦਾ, 10ਵੇਂ ਪਾਤਸ਼ਾਹ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਭਾਈ ਗੁਰਦਾਸ ਜੀ ਨੇ ਕਿਹਾ, ਦੇਖ ਬੁਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਔਰ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ
ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹੀ ਆਗਿਆ ਕੀਤੀ ਹੈ ਕਿ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਡਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨਾ ਹੂੰ ਨਾ ਜਈ ਹੋ। ਸੋ ਇਹ ਹੈ ਜਿਹੜੀ ਉਹ ਸ਼ਰਮ ਹੈ, ਇਹ ਲੱਜਾ ਹੈ, ਜਿਹੜੀ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਨਾ, ਉਸ ਸਿੱਖਿਆ ਦੇ ਉੱਤੇ ਜਿਹੜਾ ਵਿਅਕਤੀ ਚੱਲਦਾ ਹੈ ਨਾ, ਫਿਰ ਉਹ ਸ਼ਰਮ ਦਾ ਧਾਰਨੀ ਬਣ ਜਾਂਦਾ, ਲੱਜਾ ਦਾ ਧਾਰਨੀ ਬਣ ਜਾਂਦਾ। ਤੇ ਸਤਿਗੁਰੂ ਮਹਾਰਾਜ ਜੀ ਹੁਣ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਨੇ, ਭਾਈ ਸ਼ਰਮ ਖੰਡ ਕੀ ਬਾਣੀ ਰੂਪ। ਜਿਹੜੀ ਸ਼ਰਮ ਹੈ ਨਾ, ਜਿਹੜੀ ਲੱਜਾ ਹੈ, ਉਹ ਹੀ ਅਸਲ ਦੇ ਵਿੱਚ ਬਾਣੀ ਦਾ ਰੂਪ ਹੈ ਨਾ। ਜਿਸ ਦੇ ਅੰਦਰ ਲੱਜਾ ਸ਼ਰਮ ਹੈ, ਉਹ ਹੀ ਫਿਰ ਕਹਿੰਦੇ ਮਿੱਠੀ ਬਾਣੀ ਬੋਲ ਸਕਦਾ। ਜਿਹਦੇ ਅੰਦਰ ਸ਼ਰਮ ਨਹੀਂ, ਲੱਜਾ ਨਹੀਂ, ਉਹ ਕੁਛ ਵੀ ਆਵਾ ਤਾਵਾ ਜਿਹੜਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਹੰਕਾਰ ਭਰੇ ਬੋਲ, ਉਹੀ ਵਿਅਕਤੀ ਬੋਲਦਾ ਜਿਹਦੇ ਅੰਦਰ ਲੱਜਾ ਨਹੀਂ, ਸ਼ਰਮ ਨਹੀਂ ਹੈ। ਜਿਸ ਦੇ ਅੰਦਰ ਲੱਜਾ ਹੈ, ਪ੍ਰੇਮ ਹੈ ਨਾ, ਉਹ ਫਿਰ ਮਿੱਠੀ ਬਾਣੀ ਬੋਲਦਾ। ਤੇ ਇੱਕ ਮਿੱਠੀ ਬਾਣੀ ਹੈ ਜਿਹੜੀ ਉਹ ਕਪਟ ਵਾਸਤੇ ਵੀ ਵਰਤੀ ਜਾਂਦੀ ਹੈ, ਕਿਸੇ ਵਿਅਕਤੀ ਨੂੰ ਛਲਣ ਵਾਸਤੇ ਵੀ ਮਿੱਠੀ ਬਾਣੀ ਹੈ ਜਿਹੜੀ ਉਹ ਵਰਤੀ ਜਾਂਦੀ ਹੈ। ਕਈ ਵਾਰ ਕਿਸੇ ਬੰਦੇ ਨੂੰ ਧੋਖਾ ਦੇਣ ਦੇ ਲਈ ਵੀ ਮਿੱਠੀ ਬਾਣੀ ਦੀ ਵਰਤੋਂ ਹੁੰਦੀ ਹੈ, ਲੁੱਟਣ ਦੇ ਲਈ ਵੀ ਮਿੱਠੀ ਬਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਉੱਥੇ ਫਿਰ ਸ਼ਰਮ ਨਹੀਂ ਹੁੰਦੀ। ਸੋ ਜਿੱਥੇ ਸ਼ਰਮ ਹੈ, ਲੱਜਾ ਹੈ, ਉੱਥੇ ਬਾਣੀ ਮਿੱਠੀ ਹੋ ਜਾਂਦੀ ਹੈ। ਤੇ ਜਿਹੜੀ ਬਾਣੀ ਕਪਟ ਕਰਕੇ ਮਿੱਠੀ ਹੋਵੇ, ਇਹਦਾ ਮਤਲਬ ਉੱਥੇ ਸ਼ਰਮ ਨਹੀਂ, ਉੱਥੇ ਸ਼ਰਮ ਦਾ, ਲੱਜਾ ਦਾ ਮਨੋਰਥ ਨਹੀਂ। ਉੱਥੇ ਲੱਜਾ ਕਰਕੇ, ਸ਼ਰਮ ਕਰਕੇ ਬਾਣੀ ਮਿੱਠੀ ਨਹੀਂ ਹੋਈ, ਉੱਥੇ ਕਪਟ ਕਰਕੇ ਬਾਣੀ ਮਿੱਠੀ ਹੋਈ ਹੈ। ਸੋ ਸਤਿਗੁਰੂ ਮਹਾਰਾਜ ਜੀ ਸਾਨੂੰ ਹੁਣ ਲੱਜਾ ਕਰਕੇ, ਸ਼ਰਮ ਕਰਕੇ, ਜਾਂ ਕਹਿ ਲਈਏ ਕਿ ਸਰਮਨਾਮ ਉਦਮ ਦਾ ਵੀ ਹੈ, ਮਿਹਨਤ ਕਰਕੇ ਵੀ ਜਿਹੜੀ ਬਾਣੀ ਹੈ ਉਹ ਮਿੱਠੀ ਹੋ ਜਾਂਦੀ ਹੈ। ਹੁਣ ਕਪਟ ਕਰਕੇ ਤਾਂ ਜਿਹੜੇ ਕੋਈ ਵਿਅਕਤੀ ਆਪਣੀ ਬਾਣੀ ਮਿੱਠੀ ਕਰੀ ਫਿਰਦਾ ਹੈ, ਕਿਸੇ ਵਿਅਕਤੀ ਨੂੰ ਧੋਖਾ ਦੇਣ ਵਾਸਤੇ, ਛੱਲਣ ਵਾਸਤੇ ਬਾਣੀ ਮਿੱਠੀ ਕੀਤੀ ਹੈ, ਤਾਂ ਉਹ ਫਿਰ ਗੁਰਮਤਿ ਦੀ ਸਿੱਖਿਆ ਨਹੀਂ, ਗੁਰੂ ਦੀ ਸਿੱਖਿਆ ਨਹੀਂ ਹੋ ਸਕਦੀ। ਉਹ ਆਪਣੀ ਮੱਤ ਤਾਂ ਵਿਅਕਤੀ ਦੀ ਹੋ ਸਕਦੀ ਹੈ, ਪਰ ਗੁਰੂ ਦੀ ਮੱਤ ਨਹੀਂ ਹੈ। ਗੁਰੂ ਦੀ ਮੱਤ ਹੈ ਨਾ ਜਿਹੜੀ, ਗੁਰੂ ਦੀ ਮੱਤ ਕੀ ਕਹਿੰਦੀ ਹੈ ਕਿ ਮੱਤ ਸ਼ਰਮਿੰਦਾ ਥਿਵ ਹੀ ਸਾਈਂ ਦਾ ਦਰਬਾਰ, ਕਿ ਐਸਾ ਜਿਹੜਾ ਕਰਮ ਹੈ ਨਾ, ਉਹ ਕਦੇ ਵੀ ਨਹੀਂ ਕਰਨਾ ਚਾਹੀਦਾ ਜਿਸ ਕਰਮ ਦੇ ਕੀਤੇ ਆ, ਜਿਸ ਮੱਤ ਦੇ ਲਿਆ, ਉਸ ਪਰਮੇਸ਼ਰ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਸ਼ਰਮਿੰਦਾ ਹੋਣਾ ਪਵੇ। ਇਹੋ ਜੀ ਮੱਤ ਨਹੀਂ ਧਾਰਨ ਕਰਨੀ ਚਾਹੀਦੀ। ਹੁਣ ਜਿਸ ਵਿਅਕਤੀ ਨੇ ਇਹ ਮੱਤ ਧਾਰਨ ਕੀਤੀ ਹੈ ਨਾ, ਸ਼ਰਮ ਦੀ, ਲੱਜਾ ਦੀ, ਉਹਨੂੰ ਤਾਂ ਫਿਰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿੰਦਾ। ਤੇ ਜਿਹਨੇ ਕਪਟ ਦੇ ਕਰਕੇ ਇਹ ਮਿੱਠੀ ਬਾਣੀ ਧਾਰਨ ਕੀਤੀ ਹੈ, ਤੇ ਫਿਰ ਉਹਨੂੰ ਅੱਜ ਨਹੀਂ ਕੱਲ ਕਿਤੇ ਨਾ ਕਿਤੇ ਤਾਂ ਉਹਦਾ ਜਿਹੜਾ ਪਾਜ ਹੈ ਉਹ ਸਾਰਿਆਂ ਦੇ ਸਾਹਮਣੇ ਉਗੜ ਆਉਂਦਾ ਹੈ। ਫਿਰ ਸਾਰੇ ਉਸ ਵਿਅਕਤੀ ਨੂੰ ਸੰਬੋਧਨ ਹੋ ਕਰਕੇ ਕਹਿੰਦੇ ਨੇ ਕਿ ਇਹ ਬੰਦਾ ਜਿਹੜਾ ਇਹ ਕਪਟੀ ਹੈ, ਇਸ ਬੰਦੇ ਦਾ ਕਦੇ ਯਕੀਨ ਨਹੀਂ ਕਰਨਾ, ਭਰੋਸਾ ਨਹੀਂ ਕਰਨਾ। ਤੇ ਹੁਣ ਜਿਨ੍ਹਾਂ ਦੀ ਬਾਣੀ ਸ਼ਰਮ ਕਰਕੇ ਮਿੱਠੀ ਹੋ ਜਾਂਦੀ ਹੈ, ਲੱਜਾ ਕਰਕੇ ਮਿੱਠੀ ਹੋ ਜਾਂਦੀ ਹੈ, ਮਿਹਨਤ ਕਰਕੇ ਜਿਨ੍ਹਾਂ ਦੀ ਬਾਣੀ ਮਿੱਠੀ ਹੋ ਜਾਂਦੀ ਹੈ ਨਾ, ਤੇ ਉਹ ਫਿਰ ਕੀ ਕੁਝ ਕਰਦੇ ਨੇ, ਉਹਨਾਂ ਦਾ ਜਿਹੜਾ ਜ਼ਿਕਰ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਭਾਈ ਜਿੱਥਾ ਜਾਏ ਬਹੀਆ ਭਲਾ ਕਹੀਐ, ਝੋਲੇ ਅੰਮ੍ਰਿਤ ਬੀਜੈ। ਕਿ ਜਿੱਥੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਗਿਆਸੂ ਜਨ ਜਾਂਦੇ ਨੇ, ਜਿਨ੍ਹਾਂ ਦੀ ਬਾਣੀ ਮਿੱਠੀ ਹੁੰਦੀ ਹੈ ਨਾ, ਉਹ ਜਿੱਥੇ ਵੀ ਜਾਂਦੇ ਨੇ ਉਹ ਭਲਾ ਹੀ ਕਹਿੰਦੇ ਨੇ। ਜਿੱਥੇ ਵੀ ਜਾਣਗੇ, ਭਾਵੇਂ ਕੋਈ ਨਿੰਦਿਆ ਕਰਨ ਵਾਲਾ ਕਿਉਂ ਨਾ ਹੋਵੇ, ਉਹਦਾ ਵੀ ਭਲਾ ਹੀ ਉਹਨਾਂ ਨੇ ਕਰਨਾ ਹੈ, ਚੰਗੀ ਗੱਲ ਹੀ ਕਰਨੀ ਹੈ। ਸੋ ਇਹ ਹੈ ਜਿਹੜੀ ਉਹ ਗੁਰੂ ਦੇ ਨਾਲ ਜੁੜੇ ਹੋਏ ਵਿਅਕਤੀ ਦੀ ਨਿਸ਼ਾਨੀ ਹੈ। ਤੇ ਜਿਹੜਾ ਗੁਰੂ ਤੋਂ ਟੁੱਟਿਆ ਹੋਇਆ, ਗੁਰੂ ਤੋਂ ਬੇਮੁਖ ਬੰਦਾ ਹੈ, ਉਹ ਜਿੱਥੇ ਵੀ ਜਾਂਦਾ ਉਹ ਹਰ ਇੱਕ ਵਿਅਕਤੀ ਦੀ ਨਿੰਦਿਆ ਕਰਦਾ, ਕਿਉਂਕਿ ਉਹਦਾ ਨਿੰਦਿਆ ਹੀ ਕਰਮ ਬਣ ਚੁੱਕਿਆ ਹੈ। ਪਰ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ, ਜਿਹੜਾ ਐਸਾ ਵਿਅਕਤੀ ਭੁੱਲ ਜਾਂਦਾ ਕਿ ਮਹਾਰਾਜ ਜੀ ਕੀ ਕਹਿੰਦੇ ਨੇ, ਨਿੰਦਿਆ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਪਵਨ। ਐਸਾ ਵਿਅਕਤੀ ਇਹ ਗੱਲ ਨੂੰ ਭੁੱਲ ਜਾਂਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਨਿੰਦਿਆ ਕਰਨ ਤੋਂ ਵਿਵਰਜਿਤ ਕੀਤਾ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਨਿੰਦਿਆ ਦੇ ਬਾਬਤ ਹੋਰ ਵੀ ਸਿੱਖਿਆ ਦਿੱਤੀ ਹੈ। ਜਿਹੜੇ ਭਗਤ ਜਨ ਨੇ ਨਾ, ਉਹ ਇਹੀ ਗੱਲ ਕਹਿੰਦੇ ਨੇ ਕਿ ਨਿੰਦੋ ਨਿੰਦੋ ਬੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਾਤਾਰੀ। ਕਿ ਨਿੰਦਿਆ ਕਰੋ ਭਾਈ, ਸਾਡੀ ਜਿੰਨੀ ਨਿੰਦਿਆ ਕਰਨੀ ਹੈ ਰੱਜ ਕੇ ਕਰੋ। ਗੁਰਸਿੱਖ ਇਸ ਨਿੰਦਿਆ ਨੂੰ ਲੋਚਦੇ ਨੇ। ਤੇ ਜਿਹੜੇ ਗੁਰੂ ਤੋਂ ਟੁੱਟੇ ਹੋਏ ਲੋਕ ਨੇ, ਮਨਮੁਖ ਲੋਕ ਨੇ, ਜਿਹੜੇ ਮਨਮੁਖ ਬਿਰਤੀ ਜਿਨ੍ਹਾਂ ਦੇ ਅੰਦਰ ਹੈ, ਉਹ ਮਨਮੁਖ ਬਿਰਤੀ ਵਾਲੇ ਨੇ, ਜਿਹੜੇ ਉਹ ਇੱਕ ਦੂਜੇ ਦੀ ਨਿੰਦਿਆ ਕਰਨ ਦੇ ਵਿੱਚ ਹੀ ਆਪਣੇ ਜੀਵਨ ਨੂੰ ਹੈ ਨਾ ਜਿਹੜਾ
ਉਹ ਖਰਾਬ ਕਰ ਲੈਂਦੇ, ਆਪਣਾ ਜੀਵਨ ਬਤੀਤ ਕਰ ਦਿੰਦੇ ਨੇ ਇੱਕ ਦੂਜੇ ਦੀ ਨਿੰਦਿਆ ਕਰ ਕਰਕੇ ਹੀ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਹੁਣ ਗਰੀਬ ਨਵਾਜ ਸਤਿਗੁਰੂ ਮਹਾਰਾਜ ਜੀ ਸਿੱਖਿਆ ਦਿੰਦੇ ਨੇ ਕਿ ਭਾਈ ਸਰਮਖੰਡ ਕੀ ਬਾਣੀ ਰੂਪ, ਕਿ ਜਿਹੜੇ ਉਪਾਸ਼ਨਾ ਕਾਂਡ ਵਾਲੇ ਨੇ ਨਾ, ਜਿਹੜੇ ਸਰਮਖੰਡ ਵਾਲੇ ਨੇ, ਉਹਨਾਂ ਦੇ ਵਿੱਚ ਉਹਨਾਂ ਦੀ ਬਾਣੀ ਜਿਹੜੀ ਮਿੱਠੀ ਹੁੰਦੀ ਹੈ ਨਾ, ਉਹ ਮਿੱਠੀ ਉਹਨਾਂ ਦੀ ਸ਼ਰਮ ਲੱਜਾ ਕਰਕੇ ਹੀ ਹੁੰਦੀ ਹੈ। ਤੇ ਲੱਜਾਵਾਨ ਮਨੁੱਖ ਨੇ ਨਾ ਜਿਹੜੇ, ਉਹ ਕਦੇ ਵੀ ਆਪਣੇ ਉੱਪਰ ਕਿਸੇ ਪ੍ਰਕਾਰ ਦਾ ਦਾਗ ਨਹੀਂ ਲਵਾਉਂਦੇ। ਕਿਉਂਕਿ ਲੱਜਾਵਾਨ ਮਨੁੱਖ ਹੈ, ਜਿਹਨੂੰ ਸ਼ਰਮ ਹੈ, ਸੰਗ ਹਿਆ ਹੈ ਜਿਸ ਮਨੁੱਖ ਨੂੰ, ਉਹ ਜਦੋਂ ਵੀ ਕਿਸੇ ਨੂੰ ਬੋਲਦੇ ਨੇ ਨਾ ਤਾਂ ਸਤਿਕਾਰ ਦੇ ਨਾਲ ਇੱਕ ਦੂਜੇ ਨੂੰ ਬੋਲਦੇ ਨੇ, ਮਿੱਠਾ ਬੋਲਦੇ ਨੇ। ਅੰਦਰੋਂ ਭਾਵੇਂ ਇੱਕ ਦੂਜੇ ਤੋਂ, ਜਾਂ ਆਪਾਂ ਕਹਿ ਲਈਏ ਕਿ ਬਾਹਰੋਂ ਭਾਵੇਂ ਬੇਸ਼ੱਕ ਕਿਸੇ ਦੇ ਨਾਲ ਕੋਈ ਗਿਲਾ ਸ਼ਿਕਵਾ ਹੋਵੇ, ਪਰ ਅੰਦਰੋਂ ਕਿਸੇ ਦੇ ਨਾਲ ਕੋਈ ਈਰਖਾ ਵੈਰ ਵਿਰੋਧ ਨਹੀਂ ਰੱਖਦੇ। ਸਾਰਿਆਂ ਦੇ ਲਈ ਅੰਦਰੋਂ ਇੱਕੋ ਹੀ ਬਿਰਤੀ ਹੁੰਦੀ ਹੈ। ਬਾਹਰੋਂ ਭਾਵੇਂ ਕੀ ਕਹਿਣਾ, ਕਦੇ ਕਿਸੇ ਨਾਲ ਕੋਈ ਵਿਚਾਰਕ ਮਤ ਭੇਦ ਹੋ ਜਾਵੇ, ਪਰ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਰੱਖਦੇ। ਜਿਵੇਂ ਭਾਈ ਲਹਿਣਾ ਜੀ ਹੋਏ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਇਹਨਾਂ ਦੇ ਜਿਹੜੇ ਜੀਵਨ ਨੇ ਨਾ, ਉਹ ਮਿਠਾਸ ਭਰੇ ਨੇ ਤੇ ਸੱਚੇ ਸੁੱਚੇ ਜੀਵਨ ਨੇ। ਸੋ ਸਤਿਗੁਰੂ ਮਹਾਰਾਜ ਜੀ ਸਾਨੂੰ ਹੁਣ ਇਹੀ ਸਮਝਾਉਂਦੇ ਨੇ, ਭਾਈ ਜਿਹੜੇ ਸਰਮਖੰਡ ਵਾਲੇ ਨੇ ਨਾ, ਉਹਨਾਂ ਦੇ ਵਿੱਚ ਲੱਜਾ ਹੀ ਪ੍ਰਧਾਨ ਹੈ, ਤੇ ਲੱਜਾ ਕਰਕੇ ਹੀ ਬਾਣੀ ਮਿੱਠੀ ਹੁੰਦੀ ਹੈ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਭਾਈ ਜਿਨ੍ਹਾਂ ਨੇ ਹੁਣ ਸਰਮਖੰਡ ਨੂੰ ਧਾਰਿਆ ਨਾ, ਜਿਨ੍ਹਾਂ ਦੇ ਅੰਦਰ ਸਰਮਖੰਡ ਜਿਹੜੀ, ਜਾਂ ਆਪਾਂ ਕਹੀਏ ਲੱਜਾ ਜਿਨ੍ਹਾਂ ਦੇ ਅੰਦਰ ਪ੍ਰਵੇਸ਼ ਕਰ ਚੁੱਕੀ ਆ ਨਾ, ਤੇ ਜਾਂ ਸਾਧੂ ਮਹਾਤਮਾ ਦੀ ਸੰਗਤ ਦੇ ਵਿੱਚ ਰਹਿੰਦੇ ਨੇ ਜਿਹੜੇ ਮਨੁੱਖ, ਸਤਿਗੁਰੂ ਮਹਾਰਾਜ ਕਹਿੰਦੇ ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਉੱਥੇ ਨਾ ਬਹੁਤ ਹੀ ਇੱਕ ਵਿਲੱਖਣ ਤਰ੍ਹਾਂ ਦੀ ਘਾੜਤ ਘੜੀ ਜਾਂਦੀ ਹੈ। ਹੁਣ ਉੱਥੇ ਘਾੜਤ ਕਿਵੇਂ ਘੜੀ ਜਾਂਦੀ ਹੈ? ਘਾੜਤ ਕਿਵੇਂ ਘੜੀ ਜਾਂਦੀ ਹੈ? ਕਿਉਂਕਿ ਕਿਸੇ ਜਗਿਆਸੂ ਦੀ ਸੰਗਤ ਦੇ ਵਿੱਚ ਆ ਕਰਕੇ ਨਾ ਮਨੁੱਖ ਹੈ ਜਿਹੜਾ, ਉਹ ਆਪਣੀ ਮੱਤ ਨੂੰ ਛੱਡ ਦਿੰਦਾ ਹੈ। ਤੇ ਜੇ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਵੀ, ਕਿਸੇ ਸੰਤ ਮਹਾਤਮਾ ਸਤਿਪੁਰਸ਼ ਦੀ ਸੰਗਤ ਦੇ ਵਿੱਚ ਆ ਕੇ ਵੀ ਜੇ ਆਪਣੀ ਮਨ ਦੀ ਮੱਤ ਨਾ ਛੱਡੀ ਤੇ ਗੁਰੂ ਦੀ ਮੱਤ ਗ੍ਰਹਿਣ ਨਾ ਕੀਤੀ, ਫਿਰ ਉਹ ਸੰਗਤ ਕੀਤੇ ਦਾ, ਸਤ ਸੰਗਤ ਕੀਤੇ ਦਾ ਕੋਈ ਲਾਭ ਨਹੀਂ ਹੈ। ਕਿਉਂਕਿ ਜੇ ਸੰਗਤ ਦੇ ਵਿੱਚ ਆਏ ਆ ਨਾ, ਸੰਗਤ ਦੇ ਵਿੱਚ ਆ ਕਰਕੇ ਜਗਿਆਸੂ ਨੇ ਕੀ ਕਰਨਾ ਹੁੰਦਾ, ਉਹ ਮੱਤ ਨੂੰ ਗ੍ਰਹਿਣ ਕਰਨਾ। ਫਿਰ ਮਨ ਦੀ ਜਿਹੜੀ ਮੈਲ ਹੈ, ਪਾਪਾਂ ਰੂਪ ਜਿਹੜੀ ਮੈਲ ਹੈ, ਜਾਂ ਮਨ ਦੀ ਚੰਚਲਤਾ ਆਈ ਹੈ, ਅਗਿਆਨਤਾ ਰੂਪੀ ਮੈਲ ਨਾ ਜਿਹੜੀ, ਉਹ ਸਾਰੀ ਮਿਟ ਜਾਂਦੀ ਹੈ। ਫਿਰ ਸੋਧੇ ਹੋਏ ਸੋਨੇ ਦੀ ਨਿਆਈ ਹੈ ਨਾ, ਜਿਹੜਾ ਮਨ ਉਹ ਸ਼ੁੱਧ ਹੋ ਜਾਂਦਾ ਹੈ, ਤੇ ਉਹਦੇ ਹਿਰਦੇ ਦੇ ਅੰਦਰ ਗਿਆਨ ਰੂਪੀ ਗਹਿਣੇ ਨੇ ਨਾ ਜਿਹੜੇ, ਉਹ ਘੜੇ ਜਾਂਦੇ ਨੇ। ਤੇ ਗਿਆਨ ਰੂਪੀ ਜਿਹੜੇ ਗਿਆਨੇ, ਜਦੋਂ ਗਿਆਨ ਰੂਪੀ ਗਹਿਣੇ ਮਨੁੱਖ ਦੇ ਜਗਿਆਸੂ ਦੇ ਹਿਰਦੇ ਦੇ ਵਿੱਚ ਘੜੇ ਗਏ ਨਾ, ਤੇ ਉਹ ਗਹਿਣੇ ਘੜਨ ਤੋਂ ਬਾਅਦ ਅਨੂਪ ਭਾਵ ਕੇ ਉਪਮਾ ਰਹਿਤ ਹੋ ਜਾਂਦਾ ਵਿਅਕਤੀ। ਉਸ ਨੂੰ ਨਾ ਤਾਂ ਕੋਈ ਨਿੰਦਿਆ ਦਾ, ਜਿਹੜਾ ਆਪਾਂ ਕਹਿ ਦਈਏ ਕਿ ਨਿੰਦਿਆ ਉਹਨੂੰ ਵਿਆਪਦੀ ਹੈ, ਤੇ ਨਾ ਹੀ ਉਹਨੂੰ ਕੋਈ ਉਹਨਾਂ ਦੀ ਮਾਣ ਵਡਿਆਈ ਕਰੇ, ਉਹ ਉਹਨਾਂ ਨੂੰ ਚੰਗੀ ਲੱਗਦੀ ਹੈ। ਤੇ ਇਹ ਜਿਹੜਾ ਸਾਰਾ ਕੁਝ, ਇਹ ਗੁਣ ਕਿੱਥੋਂ ਆਉਂਦੇ ਨੇ? ਇਹ ਸਾਰੇ ਗੁਣ ਨੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨ ਦੇ ਨਾਲ ਆਉਂਦੇ ਨੇ। ਇਹ ਸਾਰੇ ਗੁਣ ਨੇ ਨਾ ਜਿਹੜੇ, ਉਹ ਗਿਆਨ ਖੰਡ ਦੇ ਵਿੱਚ ਜਿਨ੍ਹਾਂ ਦੀ ਬੁੱਧੀ ਪਹੁੰਚ ਜਾਂਦੀ ਹੈ, ਜਿਹੜੇ ਗਿਆਨ ਖੰਡ ਦੀ ਅਵਸਥਾ ਦੇ ਵਿੱਚ ਪਹੁੰਚਦੇ ਨੇ, ਜਿਹੜੇ ਸਰਮਖੰਡ ਦੀ ਅਵਸਥਾ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਵਿੱਚ ਇਹ ਸਾਰੇ ਗੁਣ ਨੇ ਜਿਹੜੇ, ਉਹ ਪੈਦਾ ਹੋ ਜਾਂਦੇ, ਅਨੂਪ ਕੇ ਉਹ ਉਪਮਾ ਰਹਿਤ ਹੋ ਜਾਂਦੇ ਨੇ। ਉਹਨਾਂ ਨੂੰ ਫਿਰ ਇਹ ਨਹੀਂ ਹੁੰਦਾ ਕਿ ਸਾਡੀ ਕੋਈ ਉਪਮਾ ਕਰੇ, ਸਾਨੂੰ ਕੋਈ ਸਲਾਹੇ। ਉਹ ਜਿੱਥੇ ਵੀ ਰਹਿੰਦੇ ਨੇ, ਉਹ ਹਮੇਸ਼ਾ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਦੇ ਵਿੱਚ, ਯਾਦ ਦੇ ਵਿੱਚ ਜੁੜ ਬੈਠੇ ਰਹਿੰਦੇ ਨੇ। ਜਿੱਥੇ ਵੀ ਰਹਿਣਾ, ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਦੇ ਰਹਿਣਾ ਹੈ। ਤੇ ਇਹ ਸਾਰੇ ਗੁਣ ਕਦੋਂ ਆਉਂਦੇ ਨੇ? ਜਦੋਂ ਸਾਡੇ ਅੰਦਰ ਗਿਆਨ ਖੰਡ, ਜਾਂ ਅਸੀਂ ਗਿਆਨ ਖੰਡ ਦੀ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ, ਉਦੋਂ ਇਹ ਗੁਣ ਪੈਦਾ ਹੋਣ ਲੱਗਣਗੇ। ਉਦੋਂ ਇਹ ਗੁਣ ਮਨੁੱਖ ਦੇ ਹਿਰਦੇ ਦੇ ਵਿੱਚ ਆਉਂਦੇ ਨੇ, ਉਦੋਂ ਇਹ ਗੁਣ ਮਨੁੱਖ ਦੇ ਅੰਦਰ ਪ੍ਰਵੇਸ਼ ਕਰਦੇ ਨੇ। ਤੇ ਜੇ ਹੁਣ ਅਸੀਂ ਸਤਿਗੁਰੂ ਮਹਾਰਾਜ ਜੀ ਸਾਨੂੰ ਇੰਨਾ ਕੁਝ ਦੱਸ ਰਹੇ ਨੇ, ਤੇ ਅਸੀਂ ਇੱਥੋਂ ਕੁਝ ਗ੍ਰਹਿਣ ਨਾ ਕੀਤਾ, ਤੇ ਫਿਰ ਤਾਂ ਕੋਈ ਲਾਭ ਨਹੀਂ। ਸਤਸੰਗ ਦੇ ਵਿੱਚ ਆਇਆਂ, ਸਤਸੰਗ ਦੇ ਵਿੱਚ ਆਇਆਂ ਦਾ, ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤਿਆਂ ਦਾ ਅਸੀਂ ਲਾਭ ਲੈਣਾ ਹੁੰਦਾ। ਸਤਿਗੁਰੂ ਮਹਾਰਾਜ ਸਾਨੂੰ ਕੀ ਸਿੱਖਿਆ ਦਿੰਦੇ ਨੇ, ਉਹ ਸਿੱਖਿਆ ਅਸੀਂ ਗ੍ਰਹਿਣ ਕਰਨੀ ਹੈ।
ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜੇ ਜਗਿਆਸੂ ਜਨ ਨੇ ਨਾ, ਜਦੋਂ ਉਹ ਗੁਰੂ ਦੀ ਸੰਗਤ ਦੇ ਵਿੱਚ ਜਾਂਦੇ ਨੇ, ਗੁਰੂ ਦੀ ਸੰਗਤ ਦੇ ਵਿੱਚ ਜਾਇਆ ਉਹਨਾਂ ਦੀ ਘਾੜਤ ਘੜੀ ਜਾਂਦੀ ਹੈ। ਤੇ ਉਹ ਜਦੋਂ ਘਾੜਤ ਘੜੀ ਗਈ ਫਿਰ ਉਹ ਉਪਮਾ ਤੋਂ ਬਹੁਤ ਅਨੂਪ ਭਾਵ ਕੇ ਉਪਮਾ ਤੋਂ ਰਹਿਤ ਹੋ ਜਾਂਦੇ ਨੇ। ਤਾਕੀਆ ਗੱਲਾਂ ਕਥੀਆ ਨਾ ਜਾਹੇ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਨੇ ਨਾ ਇਹ ਗੁਣ ਪੈਦਾ ਹੋ ਗਏ, ਫਿਰ ਉਹਨਾਂ ਦੀ ਗੱਲ ਨੂੰ ਕਿਹਾ ਨਹੀਂ ਜਾ ਸਕਦਾ। ਤਾਕੀਆਂ ਗੱਲਾਂ ਕਥੀਆ ਨਾ ਜਾਹੇ, ਜਿਨ੍ਹਾਂ ਦੇ ਅੰਦਰ ਇਹ ਜਿਹੜੇ ਗੁਣ ਪੈਦਾ ਹੋ ਗਏ ਉਹਨਾਂ ਦੀਆਂ ਗੱਲਾਂ ਨੂੰ ਕਿਹਾ ਨਹੀਂ ਜਾ ਸਕਦਾ, ਵਿਖਿਆਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜਿਹੜੀ ਉਦਮ ਹੈ ਨਾ, ਜਿਹੜਾ ਆਪਾਂ ਉਦਮ ਦੀ ਕਮਾਈ ਹੈ ਨਾ, ਜਿਹੜੀ ਭਗਤੀ ਹੈ, ਜਿਹੜਾ ਪਿਆਰ ਹੈ, ਨਿਮਰਤਾ ਹੈ ਨਾ ਜਿਹੜੀ, ਇਹ ਕਿਸੇ ਪਾਸੋਂ ਕਹੀਆਂ ਨਹੀਂ ਜਾ ਸਕਦੀ। ਹੁਣ ਜੇ ਕੋਈ ਵਿਅਕਤੀ ਕਹੇ ਕਿ ਮੈਨੂੰ ਪਿਆਰ ਬਾਰੇ ਤੁਸੀਂ ਕਥਨ ਕਰਕੇ ਦੱਸੋ, ਤੇ ਪਿਆਰ ਬਾਰੇ ਕਥਨ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ। ਜਿਤਨਾ ਸਮਾਂ ਉਹ ਵਿਅਕਤੀ ਆਪ ਪਿਆਰ ਦੇ ਵਿੱਚ ਨਹੀਂ ਭਿੱਜਦਾ, ਉਤਨਾ ਸਮਾਂ ਉਹਨੂੰ ਪਿਆਰ ਦੀ ਪਰਿਭਾਸ਼ਾ ਦੱਸੀ ਨਹੀਂ ਜਾ ਸਕਦੀ। ਹੁਣ ਕਈ ਵਾਰ ਸਵਾਲ ਕਰਦੇ ਨੇ ਕਿ ਭਗਤੀ ਕੀਤਿਆਂ ਕੀ ਹੋ ਜਾਂਦਾ। ਜਿਤਨਾ ਸਮਾਂ ਵਿਅਕਤੀ ਆਪ ਨਹੀਂ ਨਾ ਭਗਤੀ ਕਰਦਾ, ਬੰਦਗੀ ਕਰਦਾ, ਉਤਨਾ ਸਮਾਂ ਉਹਨੂੰ ਦੱਸਣ ਦੇ ਨਾਲ ਸਮੇਂ ਦੀ ਖਰਾਬੀ ਹੋ ਸਕਦੀ ਹੈ। ਭਗਤੀ ਕੀਤਿਆਂ ਕੀ ਹੋਣਾ ਕੀ ਨਹੀਂ ਹੋਣਾ ਇਹ ਜਾਂ ਤਾਂ ਭਗਤੀ ਕਰਨ ਵਾਲੇ ਜਾਣਦੇ ਨੇ, ਪਰ ਕਿਸੇ ਨੂੰ ਦੱਸਿਆ ਵੀ ਭਗਤੀ ਕੀਤਿਆਂ ਆ ਹੋ ਜਾਊਗਾ, ਭਗਤੀ ਕੀਤਿਆਂ ਉਹ ਹੋ ਜਾਵੇਗਾ, ਇਹ ਤਾਂ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਕਿ ਸਮਾਂ ਖਰਾਬ ਕਰਨਾ ਹੀ ਹੈ। ਭਗਤੀ ਕਰਨੀ, ਬੰਦਗੀ ਜਿਹੜੀ ਕਰਨੀ ਹੈ ਨਾ, ਜੇ ਕੋਈ ਵਿਅਕਤੀ ਆਪ ਕਰਕੇ ਦੇਖਦਾ ਫਿਰ ਉਹਨੂੰ ਪਤਾ ਲੱਗਦਾ ਭਾਈ ਬੰਦਗੀ ਕੀਤਿਆਂ ਕੀ ਕੁਝ ਪ੍ਰਾਪਤ ਹੁੰਦਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਹਿ ਦਈਏ ਕਿ ਬਾਬਾ ਜੀ ਬੰਦਗੀ ਦਾ ਖੰਡਨ ਕਰਦੇ ਨੇ ਕਿ ਭਗਤੀ ਦਾ ਖੰਡਨ ਕਰਦੇ ਨੇ। ਸੋ ਕਹਿਣ ਦਾ ਭਾਵ ਵੀ ਭਗਤੀ ਹੈ ਜਿਹੜੀ, ਪਿਆਰ ਹੈ ਜਿਹੜਾ, ਜਿਤਨਾ ਸਮਾਂ ਬੰਦਾ ਆਪ ਨਹੀਂ ਕਰਦਾ ਉਤਨਾ ਸਮਾਂ ਉਹਨੂੰ ਪਤਾ ਨਹੀਂ ਲੱਗਦਾ। ਜਿਹੜੀ ਕਮਾਈ ਹੈ, ਕਮਾਈ ਕਿਵੇਂ ਕਰਨੀ ਹੈ, ਲੱਖ ਕੋਈ ਸਮਝਾਈ ਜਾਵੇ ਵੀ ਤੂੰ ਇਸ ਤਰ੍ਹਾਂ ਕਮਾਈ ਕਰ, ਏਦਾਂ ਏਦਾਂ ਕਰਿਆ ਕਰ, ਉਹ ਸਮਝ ਨਹੀਂ ਆਉਂਦਾ ਜਿਤਨਾ ਸਮਾਂ ਬੰਦਾ ਆਪ ਕਮਾਈ ਨਹੀਂ ਕਰਦਾ। ਆਪਣੀ ਕੀਤੀ ਹੋਈ ਕਮਾਈ ਤੋਂ ਜਿਹੜਾ ਧਨ ਪ੍ਰਾਪਤ ਹੁੰਦਾ ਨਾ, ਉਹ ਫਿਰ ਮਨੁੱਖ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਕਿਵੇਂ ਸਾਂਭਣਾ ਹੈ। ਕਿਸੇ ਦੂਜੇ ਦੀ ਕੀਤੀ ਹੋਈ ਕਮਾਈ ਤੇ ਉਹਦਾ ਧਨ ਜਿਹੜਾ ਦੇਖ ਕੇ ਬੰਦਾ ਬੜਾ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਭਾਈ ਇਹ ਤਾਂ ਇੰਨਾ ਧਨ ਚੱਕੀ ਫਿਰਦਾ, ਇਹ ਪਤਾ ਨਹੀਂ ਕੀ ਕਰਦਾ, ਕਿੱਥੇ ਲੈ ਕੇ ਜਾਵੇਗਾ ਇੰਨਾ ਪੈਸਾ, ਇਹ ਪੈਸਾ ਖਰਚਦਾ ਨਹੀਂ, ਇਹ ਕੰਜੂਸ ਹੈ, ਇਹ ਏਦਾਂ ਇਹ ਉਦਾਂ। ਸੋ ਕਹਿਣ ਦਾ ਭਾਵ ਜਦੋਂ ਵਿਅਕਤੀ ਆਪ ਕਮਾਈ ਕਰਦਾ ਨਾ, ਫਿਰ ਉਹ ਆਪਣੀ ਕਮਾਈ ਨੂੰ ਵਿਅਰਥ ਨਹੀਂ ਜਾਣ ਦਿੰਦਾ, ਫਿਰ ਉਹ ਉਹਦਾ ਸਹੀ ਉਪਯੋਗ ਕਰਦਾ। ਸੋ ਜਦੋਂ ਬੰਦਾ ਆਪ ਕਮਾਈ ਕਰੇਗਾ, ਭਗਤੀ ਕਰੇਗਾ, ਪਿਆਰ ਆਪ ਕਰੇਗਾ ਨਾ, ਤੇ ਆਪਣੇ ਅੰਦਰ ਨਿਮਰਤਾ ਧਾਰੇਗਾ, ਫਿਰ ਉਹਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਫਿਰ ਪਿਆਰ ਦੇ ਬਾਰੇ ਵੀ ਨਹੀਂ ਦੱਸਣਾ ਪੈਂਦਾ, ਭਗਤੀ ਕਰਨ ਬਾਰੇ ਵੀ ਨਹੀਂ ਦੱਸਣਾ ਪੈਂਦਾ। ਜਾਂ ਕਹਿ ਲਈਏ ਕਿ ਜਿਨ੍ਹਾਂ ਨੇ ਇਹਨਾਂ ਗੁਣਾਂ ਨੂੰ ਧਾਰਿਆ ਨਾ, ਤਾਂ ਕੀ ਇਹ ਗੱਲਾਂ ਕਥੀਆਂ ਨੇ, ਜਾਂ ਫਿਰ ਉਹਨਾਂ ਦੀਆਂ ਗੱਲਾਂ ਨੇ ਨਾ ਜਿਹੜੀਆਂ ਉਹ ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋ ਕਹੈ ਪਿਛੈ ਪਛਤਾਏ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੇ ਕੋਈ ਕਹਿ ਵੀ ਦੇਵੇ ਨਾ ਕਿ ਮੈਂ ਦੱਸ ਸਕਦਾ, ਭਗਤੀ ਦੇ ਬਾਰੇ ਮੈਂ ਦੱਸ ਸਕਦਾ, ਜਾਂ ਪਿਆਰ ਦੇ ਬਾਰੇ ਮੈਂ ਸਮਝਾ ਸਕਦਾ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਪਿੱਛੇ ਪਛਤਾਏ, ਫਿਰ ਪਿੱਛੋਂ ਪਛਤਾਉਣਾ ਹੀ ਪੈਂਦਾ ਹੈ। ਕਿਉਂਕਿ ਹੁਣ ਪਿਆਰ ਦੇ ਬਾਰੇ ਕੋਈ ਪੂਰਨ ਤੌਰ ਦੇ ਉੱਤੇ ਕਹਿਣ ਤੋਂ ਅਸਮਰੱਥ ਹੈ, ਕੋਈ ਪਿਆਰ ਦੇ ਬਾਰੇ, ਕੋਈ ਬੰਦਗੀ ਬਾਰੇ, ਹੁਣ ਭਗਤੀ ਦੇ ਬਾਰੇ ਕੋਈ ਬੋਲ ਕੇ ਪੂਰਾ ਨਹੀਂ ਦੱਸ ਸਕਦਾ। ਉਤਨਾ ਸਮਾਂ ਉਹ ਪੂਰਾ ਨਹੀਂ ਦੱਸ ਸਕਦਾ ਜਿਤਨਾ ਸਮਾਂ ਸਮਝਣ ਵਾਲਾ ਵਿਅਕਤੀ ਆਪ ਭਗਤੀ ਨਹੀਂ ਕਰਦਾ, ਆਪ ਬੰਦਗੀ ਨਹੀਂ ਕਰਦਾ। ਉਹ ਕੀ ਕਹਿਣਾ ਵੀ ਜੇ ਗੁਰੂ ਕਿਰਪਾ ਕਰ ਦੇਵੇ, ਆਪ ਨੂੰ ਬੰਦੇ ਨੂੰ ਇੰਨੀ ਸੋਝੀ ਆ ਜਾਵੇ, ਫੇਰ ਭਾਵੇਂ ਉਸ ਦੇ ਹਿਰਦੇ ਦੇ ਵਿੱਚ ਇਹ ਗੱਲ ਜਿਹੜੀ ਉਹ ਘਰ ਕਰ ਜਾਵੇ, ਭਗਤੀ ਬਾਰੇ ਗਿਆਨ ਹੋ ਜਾਵੇ, ਭਗਤੀ ਦੇ ਕੀਤਿਆਂ ਕੀ ਕੁਝ ਹੁੰਦਾ। ਨਹੀਂ ਕਿਸੇ ਦੇ ਸਮਝਾਇਆ ਇੱਥੇ ਕੋਈ ਨਹੀਂ ਸਮਝਦਾ। ਜੇ ਗੁਰੂ ਕਿਰਪਾ ਕਰੇ ਉਹ ਗੱਲ ਵੱਖਰੀ ਆ, ਪਰ ਜੇ ਅਸੀਂ ਗੁਰੂ ਦੀ ਮੱਤ ਨੂੰ ਸੁਣਿਆ ਨਾ, ਤੇ ਸੁਣ ਕੇ ਫਿਰ ਉਹਨੂੰ ਗ੍ਰਹਿਣ ਵੀ ਕਰਨਾ ਚਾਹੀਦਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਐਸੀ ਉਸ ਪਰਮੇਸ਼ਰ ਵਾਹਿਗੁਰੂ ਦੀ ਮੱਤ ਹੈ, ਐਸੇ ਪਰਮੇਸ਼ਰ ਵਾਹਿਗੁਰੂ ਨੇ ਜੀਵਾਂ ਦੇ ਅੰਦਰ ਗੁਣ ਪੈਦਾ ਕੀਤੇ ਨੇ, ਤੇ ਇਹਨਾਂ ਗੁਣਾਂ ਨੂੰ ਕੋਈ ਕਥਨ ਨਹੀਂ ਕਰ ਸਕਦਾ। ਤੇ ਜੇ ਕੋਈ ਕਰੇ ਵੀ, ਮਹਾਰਾਜ ਕਹਿੰਦੇ ਭਾਈ ਫਿਰ ਪਿੱਛੋਂ ਪਛਤਾਉਣਾ ਪੈਂਦਾ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਹੁਣ ਸਤਿਗੁਰੂ ਮਹਾਰਾਜ ਜੀ ਨੇ ਕਿਸੇ ਦਾ ਸਵਾਲ ਕਰਦਾ, ਮਹਾਰਾਜ ਜਿਨ੍ਹਾਂ ਨੇ ਉਪਾਸ਼ਨਾ ਕਾਂਡ ਹੈ ਨਾ ਜਿਹੜਾ, ਇਹਨਾਂ ਨੂੰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਉਪਾਸ਼ਨਾ ਕਾਂਡ ਦੀ ਬਿਰਤੀ ਜਿਹੜੀ ਹੈ
ਉਹ ਆਪਣੇ ਹਿਰਦੇ ਦੇ ਵਿੱਚ ਵਸਾ ਲਈ ਹੈ ਨਾ, ਤੇ ਮਹਾਰਾਜ ਫਿਰ ਉਹਨਾਂ ਦੀ ਸੰਗਤ ਕਰਿਆਂ ਦਾ ਕੀ ਫਲ ਮਿਲਦਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਸੰਗਤ ਦੇ ਵਿੱਚ ਜਾਇਆ ਨਾ, ਗੁਰਸਿੱਖਾਂ ਦੀ ਸੰਗਤ ਦੇ ਵਿੱਚ ਜਾਇਆ, ਸੁਰਤ ਹੈ ਨਾ ਜਿਹੜੀ, ਸੁਰਤ ਮਤ ਮਨ ਬੁੱਧ, ਉਹਨਾਂ ਦੀ ਸੰਗਤ ਦੇ ਵਿੱਚ ਜਾਇਆ ਸੁਰਤ ਵੀ ਘੜੀ ਜਾਂਦੀ ਹੈ, ਮਤ ਵੀ ਘੜੀ ਜਾਂਦੀ ਹੈ, ਮਨ ਵੀ ਘੜਿਆ ਜਾਂਦਾ, ਬੁੱਧ ਵੀ ਘੜੀ ਜਾਂਦੀ ਹੈ। ਸੁਰਤ ਹੈ ਜਿਹੜੀ ਉਹ ਉਜਵਲ ਹੋ ਜਾਂਦੀ ਹੈ, ਮਤ ਦੇ ਵਿੱਚ ਹੰਕਾਰ ਨਹੀਂ ਰਹਿੰਦਾ, ਤੇ ਬੁੱਧ ਹੈ ਨਾ ਜਿਹੜੀ ਉਹ ਬੁੱਧੀ ਘੜੀ ਜਾਂਦੀ ਹੈ। ਭਾਵ ਕਿ ਕਿਸੇ ਵੀ ਪ੍ਰਕਾਰ ਦਾ ਬੁੱਧੀ ਦੇ ਵਿੱਚ ਆਪਾਂ ਕਹਿ ਦਈਏ ਕਿ ਨੀਵਾਂਪਣ ਨਹੀਂ ਰਹਿੰਦਾ, ਵਿਵੇਕ ਬੁੱਧੀ ਬਣ ਜਾਂਦੀ ਹੈ। ਸੋ ਇਹ ਹੁਣ ਕਦੋਂ ਹੁੰਦਾ ਹੈ? ਜਦੋਂ ਵਿਅਕਤੀ ਸੰਗਤ ਦੇ ਵਿੱਚ ਜਾਂਦਾ, ਜਦੋਂ ਸੰਗਤ ਕਰਦਾ। ਹੁਣ ਇਹ ਸਾਰੇ ਸੰਗਤ ਕੀਤੇ ਦਾ ਹੀ ਫਲ ਹੈ ਨਾ। ਸੰਗਤ ਦੇ ਵਿੱਚ ਜਾ ਕਰਕੇ ਮਨ ਦੇ ਸੰਕਲਪ ਮਿਟ ਜਾਂਦੇ ਨੇ, ਸੰਗਤ ਦੇ ਵਿੱਚ ਜਾ ਕੇ ਹੀ ਬੰਦੇ ਦੀ ਆਤਮਾ ਹੈ ਨਾ ਜਿਹੜੀ ਉਹ ਉਜਵਲ ਹੋ ਜਾਂਦੀ ਹੈ। ਤੇ ਜੇ ਸੰਗਤ ਦੇ ਵਿੱਚ ਆ ਕੇ ਵੀ ਬੰਦੇ ਦੀ ਆਤਮਾ ਉਜਵਲ ਨਹੀਂ ਨਾ ਹੋਈ, ਪਾਕ ਪਵਿੱਤਰ ਨਹੀਂ ਹੋਈ, ਤੇ ਫਿਰ ਇਹਦਾ ਮਤਲਬ ਵੀ ਸਤਸੰਗ ਦੇ ਵਿੱਚ ਆਇਆਂ ਦਾ ਨਾ ਉਸ ਵਿਅਕਤੀ ਨੂੰ ਕੋਈ ਲਾਭ ਨਹੀਂ ਹੈ। ਜੇ ਸਤਸੰਗ ਦੇ ਵਿੱਚ ਆਇਆਂ ਤਾਂ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਸਤਸੰਗ ਦੇ ਵਿੱਚ ਆ ਕੇ ਸਤਿਗੁਰੂ ਮਹਾਰਾਜ ਦੀ ਸਿੱਖਿਆ ਗ੍ਰਹਿਣ ਕਰਕੇ ਅਸੀਂ ਲੈ ਕੇ ਜਾਣੀ ਹੈ। ਹੁਣ ਕਈ ਵਾਰ ਇੱਥੇ ਵੀ ਸਵਾਲ ਪੈਦਾ ਹੋ ਜਾਂਦਾ ਵੀ ਜੇ ਸਤਸੰਗ ਦੇ ਵਿੱਚ ਆਇਆਂ ਦਾ ਜੇ ਸਿੱਖਿਆ ਗ੍ਰਹਿਣ ਕੀਤੀ ਦਾ, ਜੇ ਸਿੱਖਿਆ ਨਹੀਂ ਗ੍ਰਹਿਣ ਕੀਤੀ ਕੋਈ ਫਲ ਨਹੀਂ, ਫਿਰ ਸਤਸੰਗ ਦੇ ਵਿੱਚ ਜਾ ਕਰਕੇ ਕੀ ਕਰਨਾ? ਇਹਦਾ ਮਤਲਬ ਇਹ ਨਹੀਂ ਵੀ ਅਸੀਂ ਸਤਸੰਗ ਦੇ ਵਿੱਚ ਨਹੀਂ ਆਉਣਾ। ਸਤਸੰਗ ਦੇ ਵਿੱਚ ਆਉਣਾ ਹੈ। ਸਤਸੰਗ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਆ ਕਰਕੇ ਦਰਸ਼ਨ ਕਰਨੇ ਨੇ। ਸੰਗਤ ਦੇ ਵਿੱਚ ਬੈਠਿਆਂ ਹੀ ਕਿਰਪਾ ਹੁੰਦੀ ਹੈ। ਪਰ ਜੇ ਸਾਨੂੰ ਹੁਣ 10 ਸਾਲ ਹੋ ਗਏ ਸਤਸੰਗ ਦੇ ਵਿੱਚ ਆਇਆਂ ਨੂੰ, ਅਸੀਂ ਗੁਰੂ ਦੀ ਇੱਕ ਵੀ ਗੱਲ ਗ੍ਰਹਿਣ ਨਹੀਂ ਕੀਤੀ, ਤਾਂ ਇਹਦਾ ਮਤਲਬ ਭਾਈ ਫਿਰ ਅਸੀਂ ਜਿਹੜਾ ਪਿਛਲਾ ਸਮਾਂ ਉਹ ਖਰਾਬ ਹੀ ਕੀਤਾ ਨਾ। ਅਸੀਂ ਜਦੋਂ ਮਾੜੀ ਗੱਲ ਗ੍ਰਹਿਣ ਕਰ ਲੈਂਦੇ ਹਾਂ ਤੇ ਫਿਰ ਚੰਗੀ ਗੱਲ ਹੈ ਜਿਹੜੀ ਉਹ ਵੀ ਸਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਜਾਏਦਾ, ਗੁਰੂ ਦੀ ਸੰਗਤ ਦੇ ਵਿੱਚ ਜਾਏਦਾ, ਜਾਂ ਕਹਿ ਲਿਓ ਉਪਾਸਨਾ ਜਿਨ੍ਹਾਂ ਨੇ ਕੀਤੀ ਹੈ ਜਾਂ ਜਿਨ੍ਹਾਂ ਨੇ ਸਰਮਖੰਡ ਨੂੰ ਧਾਰਿਆ ਉਹਨਾਂ ਦੀ ਸੰਗਤ ਦੇ ਵਿੱਚ ਜਾਏਦਾ ਫਲ ਇਹ ਹੈ ਨਾ, ਉੱਥੇ ਜਾ ਕਰਕੇ ਮਨ ਮਤ ਸੁਰਤ ਬੁੱਧੀ ਇਹ ਸਾਰੇ ਜਿਹੜੀਆਂ ਚਾਰੇ ਨੇ ਇਹ ਘੜੀਆਂ ਜਾਂਦੀਆਂ ਨੇ। ਮਨ ਵੀ ਘੜਿਆ ਜਾਂਦਾ, ਸੁਰਤ ਵੀ ਘੜੀ ਜਾਂਦੀ ਆ, ਬੁੱਧ ਵੀ ਘੜੀ ਜਾਂਦੀ ਆ, ਤੇ ਮਤ ਵੀ ਘੜੀ ਜਾਂਦੀ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਫਿਰ ਇਹ ਸੰਗਤ ਦੇ ਵਿੱਚ ਜਾਇਆ ਸੁਰਤ ਮਤ ਮਨ ਬੁੱਧ ਇਹ ਉਜਵਲ ਹੋ ਜਾਂਦੇ ਨੇ। ਤਿੱਥੈ ਘੜੀਐ ਸੁਰਾ ਸਿਧਾ ਕੀ ਸੁਧ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਵਿਅਕਤੀ ਨਾ ਗੁਰੂ ਦੀ ਸੰਗਤ ਦੇ ਵਿੱਚ ਆਉਂਦਾ ਹੈ, ਜਾਂ ਜਿਨ੍ਹਾਂ ਨੇ ਗੁਣਾਂ ਨੂੰ ਧਾਰਨ ਕੀਤਾ ਉਹਨਾਂ ਜਗਿਆਸੂਆਂ ਦੀ ਸੰਗਤ ਦੇ ਵਿੱਚ ਆਉਂਦਾ ਹੈ ਨਾ, ਤੇ ਉਹਨਾਂ ਦੇ ਵਿੱਚ ਆ ਕਰਕੇ ਉਹਨਾਂ ਦੀ ਸੰਗਤ ਦੇ ਵਿੱਚ ਬੈਠਿਆਂ ਤੋਂ ਕੀ ਪ੍ਰਾਪਤ ਹੁੰਦਾ? ਸੁਰਾ ਨਾਮ ਹੈ ਜਿਹੜਾ ਉਹ ਦੇਵਤਿਆਂ ਦਾ, ਸਿੱਧਾ ਨਾਮ ਹੈ ਨਾ ਜਿਹੜਾ ਸਿੱਧਿਆਂ ਵਰਗੀ, ਸੁੱਧ ਨਾਮ ਹੈ ਜਿਹੜੀ ਸ਼ੁੱਧ ਪਵਿੱਤਰ, ਭਾਵ ਕਿ ਉਹਨਾਂ ਵਰਗੀ ਜਿਹੜੀ ਬੁੱਧੀ ਹੈ, ਅਕਲ ਹੈ, ਸਮਝ ਹੈ, ਸੂਝ-ਬੂਝ ਹੈ, ਉਹ ਉਹਨਾਂ ਵਰਗੀ ਹੋ ਜਾਂਦੀ ਹੈ। ਸੋ ਜੇ ਕੋਈ ਵਿਅਕਤੀ ਸੰਗਤ ਦੇ ਵਿੱਚ ਆਉਂਦਾ ਹੈ, ਜੇ ਕੋਈ ਜਗਿਆਸੂਆਂ ਦੀ ਸੰਗਤ ਦੇ ਵਿੱਚ ਆਉਂਦਾ ਹੈ, ਜਿਵੇਂ ਇੱਕ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਆ ਨਾ ਕਿ ਜੇ ਕੋਈ ਇੱਕ ਮੱਝ ਲਿਬੜੀ ਹੋਵੇ ਤੇ ਉਹ ਸਾਰਿਆਂ ਨੂੰ ਲਪੇਟ ਦਿੰਦੀ ਆ। ਜੇ ਕੋਈ ਇੱਕ ਵਿਅਕਤੀ ਹੈ ਨਾ ਜਿਹੜਾ ਮਨਮੁਖ ਹੈ, ਜਦੋਂ ਅਸੀਂ ਮਨਮੁਖ ਦੀ ਸੰਗਤ ਦੇ ਵਿੱਚ ਬੈਠਾਂਗੇ ਨਾ ਤਾਂ ਅਸੀਂ ਵੀ ਆਪਣੇ ਆਪ ਹੀ ਮਨਮੁਖ ਬਣੇ ਜਾਵਾਂਗੇ। ਅਸੀਂ ਜਿਹੜਾ ਕੋਈ ਵਿਅਕਤੀ ਕਿਸੇ ਨਿੰਦਿਆ ਕਰਨ ਵਾਲੇ ਪਾਸ ਬੈਠਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਉਹਨੂੰ ਨਿੰਦਿਆ ਦਾ ਰੰਗ ਚੜ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ ਨਾ ਕਿਹੜੇ ਵੇਲੇ ਉਸ ਵਿਅਕਤੀ ਨੂੰ ਹੰਕਾਰ ਦਾ ਰੰਗ ਚੜ ਜਾਂਦਾ। ਜਿਵੇਂ ਆਪਾਂ ਕਹਿ ਦਈਏ ਕਿ ਇੱਕ ਜਿਹੜਾ ਫਲ ਖਰਾਬ ਹੋਵੇ ਨਾ, ਤੇ ਜਦੋਂ ਉਹਦੇ ਟੱਚ ਦੇ ਵਿੱਚ ਸਾਫ਼ ਸੁਥਰੇ ਫਲ ਵੀ ਰੱਖ ਦਈਏ ਉਹ ਸਾਫ਼ ਫਲ ਵੀ ਖਰਾਬ ਹੋ ਜਾਂਦੇ ਨੇ। ਸੋ ਇਹ ਹੈ ਨਾ ਜਿਹੜਾ ਇਹ ਸੰਗਤ ਦਾ ਫਲ ਹੈ, ਜੈਸੀ ਸੰਗਤ ਵੈਸੀ ਰੰਗਤ। ਤੇ ਜਦੋਂ ਅਸੀਂ ਜਗਿਆਸੂਆਂ ਦੀ, ਸਤਸੰਗ ਦੇ ਵਿੱਚ ਜਾਣ ਵਾਲਿਆਂ ਦੀ, ਗੁਰੂ ਦੀ ਮੱਤ ਗ੍ਰਹਿਣ ਕਰਨ ਵਾਲਿਆਂ ਦੀ ਸੰਗਤ ਕਰਾਂਗੇ ਨਾ, ਤੇ ਫਿਰ ਸਾਡੀ ਜਿਹੜੀ ਬੁੱਧੀ ਆ ਉਹ ਵੀ ਉਹਨਾਂ ਵਰਗੀ ਬਣ ਜਾਂਦੀ ਹੈ। ਤੇ ਉਹਨਾਂ ਵਰਗੀ ਜਦੋਂ ਬੁੱਧੀ ਹੋ ਗਈ ਫਿਰ ਪਰਮੇਸ਼ਰ ਵਾਹਿਗੁਰੂ ਜੀ ਫਿਰ ਕਿਰਪਾ ਵੀ ਹੈ ਜਿਹੜੀ ਉਹ ਜ਼ਰੂਰ ਹੋ ਜਾਂਦੀ ਹੈ। ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ।
ਕਿਉਂਕਿ ਫਿਰ ਕੀ ਹੁੰਦਾ, ਜਿਹੜਾ ਹਿਰਦਾ ਉਹ ਪਵਿੱਤਰ ਹੋ ਜਾਂਦਾ, ਸ਼ੁੱਧ ਹੋ ਜਾਂਦਾ, ਜਾਂ ਕਹਿ ਲਓ ਕਿ ਉਹਨਾਂ ਦੀ ਸੰਗਤ ਦੇ ਵਿੱਚ ਜਾ ਕਰਕੇ ਜਿਹੜੀ ਬੁੱਧੀ ਹੈ ਨਾ ਉਹ ਸ਼ੁੱਧ ਹੋ ਜਾਂਦੀ ਹੈ। ਐਸੀ ਸ਼ੁੱਧ ਬੁੱਧੀ ਸੰਗਤ ਦੇ ਵਿੱਚ ਜਾ ਕਰਕੇ ਜਗਿਆਸੂਆਂ ਦੇ ਸਾਥ ਦੇ ਵਿੱਚ ਘੜੀ ਜਾਂਦੀ ਹੈ। ਤੇ ਉਸ ਅਵਸਥਾ ਦੇ ਵਿੱਚ ਨਾ ਜਦੋਂ ਮਨ ਹੈ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ, ਤੇ ਫਿਰ ਉਹ ਜਿਹੜਾ ਮਨ ਹੈ ਨਾ ਉਹ ਦੇਵਤਿਆਂ ਦੇ ਮੁਕਾਬਲੇ, ਜਾਂ ਆਪਾਂ ਕਹਿ ਲਈਏ ਕਿ ਸਿੱਧਾਂ ਦੇ ਮੁਕਾਬਲੇ ਪਵਿੱਤਰ ਹੋ ਜਾਂਦਾ। ਉਹਨਾਂ ਜਿੰਨਾ ਵਿਅਕਤੀ ਨੂੰ ਬੁੱਧੀ ਹੈ ਜਿਹੜੀ ਉਹ ਉਜਵਲ ਹੁੰਦੀ ਹੈ, ਉਹਨਾਂ ਜਿੰਨਾ ਜਿਹੜਾ ਗਿਆਨ ਹੋ ਜਾਂਦਾ, ਦੇਵਤਿਆਂ ਜਿੰਨਾ, ਸਿੱਧਾ ਜਿੰਨਾ, ਸੁਰਾ ਜਿੰਨਾ। ਸੋ ਸਤਿਗੁਰੂ ਮਹਾਰਾਜ ਜੀ ਸਾਨੂੰ ਇੱਥੇ ਸਮਝਾਉਂਦੇ ਨੇ, ਭਾਈ ਇਹ ਸੰਗਤ ਦਾ ਫਲ ਹੈ। ਗਰੀਬ ਨਵਾਜ ਮਹਾਰਾਜ ਜੀ ਨੇ ਹੁਣ ਸੰਗਤ ਕਿਹਨਾਂ ਦੀ ਕਰਨ ਨੂੰ ਕਹੀ ਹੈ? ਜਿਨ੍ਹਾਂ ਨੇ ਗਿਆਨ ਖੰਡ ਨੂੰ ਧਾਰਿਆ, ਜਿਨ੍ਹਾਂ ਦੇ ਅੰਦਰ ਸ਼ਰਮ ਹੈ, ਜਿਨ੍ਹਾਂ ਦੇ ਅੰਦਰ ਲੱਜਾ ਹੈ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮ ਹੈ, ਤੇ ਉਹਨਾਂ ਦੀ ਸੰਗਤ ਕਰਨ ਨੂੰ ਕਿਹਾ, ਜਿੱਥੇ ਜਾ ਕਰਕੇ ਮਨ, ਸੁਰਤ, ਬੁੱਧੀ ਤੇ ਮਤ ਇਹ ਘੜੀਆਂ ਜਾਂਦੀਆਂ ਨੇ, ਜਿੱਥੇ ਜਾ ਕਰਕੇ ਸਾਡੇ ਅੰਦਰ ਬਦਲਾਵ ਆਉਂਦਾ, ਜਿੱਥੇ ਜਾ ਕਰਕੇ ਅਸੀਂ ਚੰਗੇ ਗੁਣਾਂ ਨੂੰ ਗ੍ਰਹਿਣ ਕਰਦੇ ਹਾਂ, ਜਿੱਥੇ ਜਾ ਕਰਕੇ ਅਸੀਂ ਵਾਹਿਗੁਰੂ ਦੇ ਗੁਣਗਾਨ ਕਰਦੇ ਆ ਨਾ, ਉਸ ਸੰਗਤ ਦੇ ਵਿੱਚ ਜਾਣ ਦਾ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ, ਉਪਦੇਸ਼ ਦਿੱਤਾ ਸਤਿਗੁਰੂ ਮਹਾਰਾਜ ਜੀ ਨੇ। ਸੋ ਅਗਲੇਰੀ ਜਿਹੜੀ ਪੌੜੀ ਹੈ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਇਸ ਪੌੜੀ ਦੀ ਵਿਚਾਰ ਆਪਾਂ ਕੱਲ ਨੂੰ ਆਰੰਭ ਕਰਾਂਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਕਿਉਂਕਿ ਆਪਾਂ ਰੋਜ਼ਾਨਾ ਇੱਕ ਇੱਕ ਪੌੜੀ ਦੀ ਵਿਚਾਰ ਇਸ ਕਰਕੇ ਸ਼ਰਵਣ ਕਰਦੇ ਹਾਂ ਤਾਂ ਕਿ ਸਾਨੂੰ ਸਮਝਣ ਦੇ ਵਿੱਚ ਆਸਾਨੀ ਹੋ ਜਾਵੇ ਕਿ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਕੀ ਕਹਿੰਦੀ ਹੈ। ਕਿਉਂਕਿ ਜਿਤਨਾ ਕੁ ਹੋ ਸਕੇ ਜਪਜੀ ਸਾਹਿਬ ਦੀ ਜੇ ਵਿਚਾਰ ਹੈ ਨਾ ਜਿਹੜੀ, ਭਾਵੇਂ ਤਾਂ ਇੱਕ ਤੁਕ ਦੇ ਉੱਤੇ ਜਿਤਨਾ ਮਰਜ਼ੀ ਸਮਾਂ ਬੰਦਾ ਖੜਾ ਰਵੇ, ਜਿਤਨਾ ਮਰਜ਼ੀ ਭਾਵੇਂ ਸਾਰੀ ਜ਼ਿੰਦਗੀ ਇੱਕ ਤੁਕ ਦੇ ਉੱਪਰ ਹੀ ਕਥਾ ਕਰੀ ਜਾਵੇ, ਉਹ ਇੱਕ ਤੁਕ ਦੇ ਉੱਤੇ ਵੀ ਕਥਾ ਹੋ ਜਾਂਦੀ ਹੈ। ਪਰ ਆਪਣਾ ਮਕਸਦ ਇਹ ਹੈ ਵੀ ਆਪਾਂ ਜਪਜੀ ਸਾਹਿਬ ਦੀ ਬਾਣੀ ਰੋਜ਼ਾਨਾ ਪੜ੍ਹਦੇ ਹਾਂ ਤੇ ਨਾਲ ਨਾਲ ਸਾਨੂੰ ਗਿਆਨ ਵੀ ਹੋ ਜਾਵੇ ਸਤਿਗੁਰੂ ਮਹਾਰਾਜ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ। ਕਿਉਂਕਿ ਬਿਨਾਂ ਅਰਥਾਂ ਤੋਂ ਪੜ੍ਹਨ ਦਾ ਜਿਹੜਾ ਉਹ ਹੋਰ ਆਨੰਦ ਹੈ, ਤੇ ਅਰਥਾਂ ਸਮੇਤ ਪੜ੍ਹਨ ਦਾ ਆਨੰਦ ਹੋਰ ਹੈ। ਜਦੋਂ ਸਾਨੂੰ ਕਿਸੇ ਤੁਕ ਦੇ ਅਰਥ ਪਤਾ ਹੁੰਦੇ ਨੇ ਨਾ, ਤੇ ਫਿਰ ਸਾਡਾ ਆਨੰਦ ਦੂਣਾ ਹੋ ਜਾਂਦਾ, ਸਾਨੂੰ ਹੋਰ ਜ਼ਿਆਦਾ ਆਨੰਦ ਆਉਂਦਾ। ਸੋ ਇਸੇ ਕਰਕੇ ਆਪਾਂ ਬਾਣੀ ਦੀ ਵਿਚਾਰ ਕਰ ਰਹੇ ਹਾਂ ਇੱਕ ਇੱਕ ਪੌੜੀ ਦੀ। ਇਸ ਤੋਂ ਬਾਅਦ ਜਿਹੜੀਆਂ ਰਹਿੰਦੀਆਂ ਪੌੜੀਆਂ ਨੇ ਨਾ, ਇਹਨਾਂ ਦੀ ਵਿਚਾਰ ਕਰਨ ਤੋਂ ਬਾਅਦ ਫਿਰ ਰਹਿਰਾਸ ਸਾਹਿਬ ਦੀ ਵਿਚਾਰ ਆਰੰਭ ਹੋਵੇਗੀ 8 ਅੰਗ ਦੇ ਉੱਪਰ। ਸਤਿਗੁਰੂ ਮਹਾਰਾਜ ਫਿਰ ਉਸ ਤੋਂ ਬਾਅਦ ਰਹਿਰਾਸ ਸਾਹਿਬ ਤੋਂ ਬਾਅਦ ਸੋਲਾ ਸਾਹਿਬ ਦੀ ਬਾਣੀ ਦੀ ਵਿਚਾਰ ਆਰੰਭ ਹੋਣੀ ਹੈ। ਫਿਰ ਅੱਗੇ ਸ੍ਰੀ ਰਾਗ ਆਰੰਭ ਹੋਵੇਗਾ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪਣੀ ਅਗੰਮ ਅਗਾਧ ਬੋਧ ਬਾਣੀ ਦੇ ਅਰਥ ਭਾਵ ਆਪ ਹੀ ਕਰਾ ਲੈਣ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬੇਅੰਤ ਹੈ, ਕਿਉਂਕਿ ਮਹਾਰਾਜ ਜੀ ਦੀ ਸਿਰ ਪਰ ਹੱਥ ਰੱਖ ਲੈਣ। ਸਤਿਗੁਰੂ ਮਹਾਰਾਜ ਜੀ ਗੁੰਗੇ ਨੂੰ ਵੀ ਬੁਲਾਉਣ ਦੇ ਸਮਰੱਥ ਨੇ, ਤੇ ਜੇ ਮਹਾਰਾਜ ਜੀ ਹੱਥ ਰੱਖਣ ਤੇ ਫਿਰ ਸਤਿਗੁਰੂ ਮਹਾਰਾਜ ਜੀ ਦੇ ਅਰਥ ਭਾਵ ਕਰਨ ਦੇ ਮੁੰਡਾ ਯੋਗ ਹੋ ਜਾਏ। ਜਿਤਨੇ ਵੀ ਅਰਥ ਭਾਵ ਕੀਤੇ ਨੇ ਸੋ ਸਤਿਗੁਰੂ ਮਹਾਰਾਜ ਜੀ ਨੇ ਆਪ ਕਰਵਾਏ ਨੇ। ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਉਹ ਸੰਗਤ ਨੇ ਬਖਸ਼ ਲੈਣਾ, ਮਾਫ ਕਰ ਦੇਣਾ, ਸਾਡੀ ਝੋਲੀ ਪਾ ਦੇਣਾ। ਕਿਰਪਾ ਕਰਨੀ ਅੱਗੇ ਤੋਂ ਸਤਿਗੁਰੂ ਮਹਾਰਾਜ ਦੇ ਸੇਵਕ ਜਾਣ ਕਰਕੇ ਬਖਸ਼ਣਾ ਹੈ। ਅੱਗੇ ਤੋਂ ਸੁਧ ਸਪਸ਼ਟ ਗੁਰਬਾਣੀ ਪੜ੍ਹਨ ਦਾ ਸਤਿਗੁਰੂ ਮਹਾਰਾਜ ਜੀ ਬਲ ਬਖਸ਼ਣਗੇ, ਕਥਾ ਕਰਨ ਦਾ ਬਲ ਬਖਸ਼ਣਗੇ। ਹੋਈਆਂ ਬੇਅੰਤ ਪ੍ਰਕਾਰ ਦੇ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸ਼ਲੋਕ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਸੋ ਪਵਨ ਗੁਰੂ ਬਾਣੀ ਵਿਚਕੇ ਨਾਤਾ ਕਰਤ ਸਵਾਗਤ ਦਿਵਸ ਰਾਤ ਦੋਇ ਦਾਈ ਦਇਆ ਖੇਲਾ ਸਗਲ ਚੰਗਿਆਈਆ ਬੁਰਾਈਆ ਵਾਚੈ ਕਰਮ ਮਹਦੂਰ ਕਰਮੇ ਆਪੋ ਆਪਣੇ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ
ਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।